गुड मॉर्निंग स्टूडेंट्स। अज मैं स्वागत जिंदगी 11वीं क्लास का पहला चैप्टर ईमानदारी के बारे विच पढ़ावांगी। ठीक है जी। पाठ 1 ईमानदारी। ईमानदारी सर्वोत्तम नीति है, बेंजामिन फ्रैंकलिन। ठीक है जी। ये जिहड़े शब्द सी किने बोले सी? बेंजामिन फ्रैंकलिन ने। ਇਹਦੇ उद्देश्य की है? ईमानदारी ਨੂੰ ਆਚਰਣ ਦੇ ਹਿੱਸੇ ਵਜੋਂ ਸਮਝਣਾ। ਨੰਬਰ 2 ਪੁਆਇੰਟ, ਸਵੈ ਪ੍ਰਵਾਨਗੀ ਅਤੇ ਨਿੱਜ ਨਾਲੋਂ ਈਮਾਨਦਾਰੀ ਨੂੰ ਉਚੇਰਾ ਸਥਾਨ ਦੇਣਾ। ਸਮਾਜਿਕ ਯਥਾਰਥ ਵਿੱਚ ਈਮਾਨਦਾਰੀ ਦੇ ਪੱਖ ਨੂੰ ਸਮਝ ਸਕਣਾ। ਸੋ ਪਹਿਲੀ ਡੈਫੀਨੇਸ਼ਨ ਹੈ ਈਮਾਨਦਾਰੀ। ਈਮਾਨਦਾਰੀ ਤੋਂ ਭਾਵ ਹੈ ਆਚਰਣ ਦੀ ਨਿਰਪੱਖਤਾ ਅਤੇ ਸਪਸ਼ਟਤਾ। ਈਮਾਨਦਾਰੀ ਵਿੱਚ ਸੁਹਿਰਦਤਾ, ਅਖੰਡਤਾ ਅਤੇ ਭਰੋਸੇਯੋਗਤਾ ਵਰਗੇ ਗੁਣ ਸ਼ਾਮਿਲ ਹਨ। ਇਹ ਇੱਕ ਵਿਅਕਤੀ ਵਿੱਚ ਮਿਲਣ ਵਾਲੇ ਚੰਗੇ ਗੁਣ ਅਤੇ ਨਿਸ਼ਚਿਤ ਤੌਰ 'ਤੇ ਮਨੁੱਖ ਦੇ ਨਿੱਜੀ ਜੀਵਨ ਅਤੇ ਸਮਾਜ ਲਈ ਲਾਹੇਵੰਦ ਹਨ। ਸਿਹਤਮੰਦ ਰਿਸ਼ਤੇ ਬਣਾਉਣ ਅਤੇ ਬਣਾਏ ਰੱਖਣ ਲਈ ਦੂਜਿਆਂ ਨਾਲ ਇਮਾਨਦਾਰੀ ਹੋਣਾ ਬਹੁਤ ਜ਼ਰੂਰੀ ਹੈ। ਇਸੇ ਤਰ੍ਹਾਂ ਆਪਣੇ ਆਪ ਨਾਲ ਇਮਾਨਦਾਰੀ ਹੋਣਾ ਸਵੈ ਪ੍ਰਵਾਨਗੀ ਅਤੇ ਸਵੈ ਮਾਣ ਦੇ ਨਾਲ ਨਾਲ ਨਿੱਜੀ ਵਿਕਾਸ ਅਤੇ ਵਾਧੇ ਲਈ ਬਹੁਤ ਮਹੱਤਵਪੂਰਨ ਹੈ। ਬੱਚੋ, ਹੁਣ ਇੱਥੇ ਪਹਿਲੀ ਕਿਰਿਆ ਦਿੱਤੀ ਹੋਈ ਹੈ ਕਿ ਸਹੀ 'ਤੇ ਨਿਸ਼ਾਨ ਲਗਾਉਣਾ ਹੈ। ਇਮਾਨਦਾਰੀ ਦੀ ਜਾਂਚ ਲਈ ਕਿਸੇ ਇੱਕ ਕਾਲਮ 'ਤੇ ਸਹੀ ਦਾ ਨਿਸ਼ਾਨ ਲਗਾਓ। ਲੜੀ ਨੰਬਰ: ਕਥਨ, ਪੂਰਨ ਸਹਿਮਤੀ, ਅਪੂਰਨ ਸਹਿਮਤੀ, ਅਸਹਿਮਤੀ, ਅਰਧ ਅਸਹਿਮਤੀ, ਪੂਰਨ ਸਹਿਮਤੀ। ਸੋ ਪਹਿਲਾ ਹੈ ਬਹੁਤ ਗਿਣਤੀ ਵਿੱਚ ਲੋਕ ਇਮਾਨਦਾਰੀ ਹਨ। ਬੱਚੋ, ਸਾਰੇ ਲੋਕੀ ਤਾਂ ਇਮਾਨਦਾਰੀ ਨਹੀਂ ਹੁੰਦੇ, ਤੇ ਮੈਂ ਇਹਦੇ ਵਿੱਚ ਅਪੂਰਨ ਸਹਿਮਤੀ 'ਤੇ ਨਿਸ਼ਾਨ ਲਗਾਉਂਦੀ ਹਾਂ। ਜ਼ਿਆਦਾਤਰ ਲੋਕ ਭਰੋਸੇਮੰਦ ਹੁੰਦੇ ਹਨ, ਸਾਰੇ ਲੋਕ ਤੇ ਭਰੋਸੇਮੰਦ ਨਹੀਂ ਹੁੰਦੇ, ਤੇ ਮੈਂ ਇਹਦੇ ਵਿੱਚ ਅਪੂਰਨ ਸਹਿਮਤੀ ਦਵਾਂਗੀ। ਜ਼ਿਆਦਾਤਰ ਲੋਕ ਦਿਆਲੂ ਹਨ। ਜ਼ਿਆਦਾਤਰ ਲੋਕ ਦਿਆਲੂ ਹਨ। ਠੀਕ ਹੈ ਜੀ। ਅਪੂਰਨ ਸਹਿਮਤੀ, ਮੈਂ ਆਪ ਭਰੋਸੇਮੰਦ ਹਾਂ। ਪੂਰਨ ਸਹਿਮਤੀ, ਬਹੁਤ ਲੋਕ ਉਸੇ ਤਰ੍ਹਾਂ ਦੇ ਜਵਾਬ ਦੇਣਗੇ ਜਿਸ ਤਰ੍ਹਾਂ ਦਾ ਉਹਨਾਂ ਬਾਰੇ ਭਰੋਸਾ ਦੂਜਿਆਂ 'ਤੇ ਬਣਿਆ ਹੋਵੇਗਾ। ਪੂਰਨ ਸਹਿਮਤੀ। ਠੀਕ ਹੈ ਜੀ। ਦੂਸਰੀ ਕਿਰਿਆ, ਰਵਾਇਤੀ ਕਹਾਣੀ ਸੁਣਾਉਣਾ। ਇਹ ਇਮਾਨਦਾਰੀ ਬਾਬਤ ਮੁੱਢਲੀ ਜਾਣਕਾਰੀ ਪ੍ਰਾਪਤ ਕਰਨ ਲਈ ਜਮਾਤ ਵਿੱਚ ਕਰਾਈ ਜਾਣ ਵਾਲੀ ਇੱਕ ਗਤੀਵਿਧੀ ਹੈ। ਅਸੀਂ ਪੂਰਨ ਸਹਿਮਤੀ ਅਤੇ ਪੂਰਨ ਅਸਹਿਮਤੀ ਦਰਸਾਉਣ ਵਾਲੇ ਜਿਹਨੇ ਆਹਮੋ ਸਾਹਮਣੇ ਦੀਆਂ ਦੀਵਾਰਾਂ ਉੱਪਰ ਚਿਪਕਾਵਾਂਗੇ। ਕਿਰਿਆ ਸ਼ੁਰੂ ਕਰਨ ਲਈ ਕੁਝ ਨਿਰਦੇਸ਼ ਇਸ ਤਰ੍ਹਾਂ ਹਨ। ਇਸ ਤੋਂ ਬਾਅਦ ਜਮਾਤ ਨੂੰ ਲਗਭਗ ਬਰਾਬਰ ਗਿਣਤੀ ਦੇ 2 ਸਮੂਹਾਂ ਵਿੱਚ ਵੰਡ ਦਿੱਤਾ ਜਾਵੇਗਾ। ਇੱਕ ਇੱਕ ਕਰਕੇ ਕਹਾਣੀਆਂ ਸੁਣਾਈਆਂ ਜਾਣਗੀਆਂ। ਪਹਿਲੀ ਕਹਾਣੀ ਹੈ ਜੀ ਸ਼ੇਰ ਅਤੇ ਆਜੜੀ। ਇਸ ਕਹਾਣੀ ਵਿੱਚ ਆਜੜੀ ਸ਼ੇਰ ਚੀਕਦਾ ਹੈ ਅਤੇ ਪਿੰਡ ਵਾਲਿਆਂ ਨੂੰ ਆਪਣੀਆਂ ਭੇਡਾਂ ਉੱਤੇ ਹੋਏ ਸ਼ੋਰ ਤੇ ਹਮਲੇ ਦੀ ਝੂਠੀ ਕਹਾਣੀ ਬਣਾ ਕੇ ਪੇਸ਼ ਕਰਦਾ ਹੈ। ਤੁਸੀਂ ਸਾਰਿਆਂ ਨੇ ਇਹ ਕਹਾਣੀ ਤਾਂ ਸੁਣੀ ਹੋਵੇਗੀ। ਅਜਿਹਾ 2-3 ਵਾਰ ਕਰਨ 'ਤੇ ਉਹ ਦੂਜਿਆਂ ਦਾ ਧਿਆਨ ਤਾਂ ਕਾਫੀ ਖਿੱਚਦਾ ਹੈ, ਪਰ ਅੰਤ ਵਿੱਚ ਝੂਠ ਬੋਲਦਾ ਫੜਿਆ ਜਾਂਦਾ ਹੈ। ਬਾਅਦ ਵਿੱਚ ਇੱਕ ਦਿਨ ਸੱਚਮੁੱਚ ਹੀ ਸ਼ੇਰ ਉਸ ਦੀ ਭੇਡ ਚੁੱਕ ਕੇ ਲੈ ਜਾਂਦਾ ਹੈ। ਆਜੜੀ ਦੇ ਰੌਲਾ ਪਾਉਣ 'ਤੇ ਵੀ ਕੋਈ ਉਸ ਦੀ ਗੱਲ 'ਤੇ ਵਿਸ਼ਵਾਸ ਨਹੀਂ ਕਰਦਾ, ਕਿਉਂਕਿ ਉਸ ਨੇ ਪਹਿਲਾਂ ਇਸ ਬਾਰੇ ਝੂਠ ਬੋਲਿਆ ਸੀ। ਇਹ ਕਹਾਣੀ ਸਾਨੂੰ ਨਾ ਸਿਰਫ ਸੱਚ ਬੋਲਣ ਲਈ ਪ੍ਰੇਰਿਤ ਕਰਦੀ ਹੈ, ਬਲਕਿ ਦਰਸਾਉਂਦੀ ਹੈ ਕਿ ਕਿਸੇ ਤਰ੍ਹਾਂ ਦਾ ਝੂਠ ਬੋਲਣਾ ਘਾਤਕ ਸਿੱਧ ਹੋ ਸਕਦਾ ਹੈ ਅਤੇ ਉਲਟ ਪੈ ਸਕਦਾ ਹੈ। ਠੀਕ ਹੈ ਜੀ। ਨੈਕਸਟ ਹੈਗੀ ਕਹਾਣੀ ਇਮਾਨਦਾਰ ਲੱਕੜਹਾਰਾ। ਇਸ ਬਾਰੇ ਵਿੱਚ ਵੀ ਤੁਸੀਂ ਛੋਟੇ ਹੁੰਦਿਆਂ ਪੜ੍ਹਿਆ ਹੋਊਗਾ। ਠੀਕ ਹੈ ਜੀ। ਇਸ ਕਹਾਣੀ ਵਿੱਚ ਇੱਕ ਗਰੀਬ ਲੱਕੜਹਾਰੇ ਦਾ ਇੱਕੋ ਇੱਕ ਕੁਹਾੜਾ ਲੱਕੜਾਂ ਕੱਟਦੇ ਸਮੇਂ ਨਦੀ ਵਿੱਚ ਡਿੱਗ ਕੇ ਗੁੰਮ ਹੋ ਜਾਂਦਾ ਹੈ। ਉਹ ਬੜਾ ਹੀ ਪਰੇਸ਼ਾਨ ਹੋ ਜਾਂਦਾ ਹੈ ਕਿਉਂਕਿ ਉਸ ਕੋਲੋਂ ਨਵਾਂ ਕੁਹਾੜਾ ਖਰੀਦਣ ਲਈ ਪੈਸੇ ਹੀ ਨਹੀਂ ਸਨ। ਉਸ ਨੂੰ ਨਦੀ ਦੇ ਕੰਢੇ ਅਫਸੋਸ ਵਿੱਚ ਬੈਠਿਆਂ ਵੇਖ ਕੇ ਕੋਲੋਂ ਲੰਘਦਾ ਇੱਕ ਰਾਜਾ ਸ਼ਾਹੀ ਗੋਤਾਖੋਰ ਨੂੰ ਕੁਹਾੜਾ ਲਿਆਉਣ ਲਈ ਭੇਜਦਾ ਹੈ ਅਤੇ ਗੋਤਾਖੋਰ ਇੱਕ ਸੋਨੇ ਦਾ ਕੁਹਾੜਾ
ਇਹ ਕਹਿੰਦੇ ਹੋਏ ਪੇਸ਼ ਕਰਦਾ ਹੈ ਕਿ ਮੈਨੂੰ ਇਹ ਕੁਹਾੜਾ ਨਦੀ ਵਿੱਚੋਂ ਮਿਲਿਆ ਹੈ, ਕੀ ਇਹ ਤੇਰਾ ਹੈ? ਲੱਕੜਹਾਰਾ ਇਹ ਕਹਿੰਦੇ ਹੋਏ ਕਿ ਕੁਹਾੜਾ ਉਸ ਦਾ ਨਹੀਂ ਇਮਾਨਦਾਰੀ ਨਾਲ ਜਵਾਬ ਦਿੰਦਾ ਹੈ। ਠੀਕ ਹੈ ਜੀ। ਗੋਤਾਖੋਰ ਫਿਰ ਉਸ ਨੂੰ ਚਾਂਦੀ ਦਾ ਕੁਹਾੜਾ ਪੇਸ਼ ਕਰਦਾ ਹੈ, ਪਰੰਤੂ ਲੱਕੜਹਾਰਾ ਫਿਰ ਗੋਤਾਖੋਰ ਨੂੰ ਕਹਿੰਦਾ ਹੈ ਕਿ ਉਹ ਕੁਹਾੜਾ ਉਸ ਦਾ ਨਹੀਂ ਹੈ। ਅੰਤ ਵਿੱਚ ਗੋਤਾਖੋਰ ਉਸ ਨੂੰ ਉਸ ਦਾ ਕੁਹਾੜਾ ਪੇਸ਼ ਕਰਦਾ ਹੈ ਤੇ ਲੱਕੜਹਾਰਾ ਖੁਸ਼ ਹੋ ਕੇ ਕਹਿੰਦਾ ਹੈ ਇਹ ਕੁਹਾੜਾ ਉਸ ਦਾ ਹੈ ਤੇ ਗੋਤਾਖੋਰ ਉਸ ਦਾ ਕੁਹਾੜਾ ਦੇਣ ਲਈ ਧੰਨਵਾਦ ਕਰਦਾ ਹੈ। ਇਹ ਵੇਖਦੇ ਹੋਏ, ਉਹਦੀ ਇਮਾਨਦਾਰੀ ਨੂੰ ਵੇਖਦੇ ਹੋਏ ਗੋਤਾਖੋਰ ਕਹਿੰਦਾ ਹੈ ਕਿ ਮਨੁੱਖ ਕਿੰਨਾ ਇਮਾਨਦਾਰ ਹੈ। ਰਾਜਾ ਇਸ ਨੂੰ ਤਿੰਨੋਂ ਕੁਹਾੜੇ ਇਨਾਮ ਵਜੋਂ ਦਿਵਾ ਦਿੰਦਾ ਹੈ। ਦੋਵੇਂ ਕਹਾਣੀਆਂ ਸੁਣਾਉਣ ਉਪਰੰਤ ਅਧਿਆਪਕ ਸਮੂਹਾਂ ਵਿੱਚ ਖੜੇ ਵਿਦਿਆਰਥੀਆਂ ਨੂੰ ਪਾਤਰਾਂ ਦੇ ਵਿਚਾਰਾਂ ਪ੍ਰਤੀ ਆਪਣੀ ਸਹਿਮਤੀ ਜਾਂ ਅਸਹਿਮਤੀ ਦਰਸਾਉਣ ਵਾਲੇ ਚਿੰਨ੍ਹਾਂ ਵੱਲ ਤੁਰੰਤ ਲਈ ਕਹੇਗਾ। ਇਸ ਤੋਂ ਬਾਅਦ ਇਸ ਬਾਰੇ ਦਲੀਲ ਸਹਿਤ ਸਪਸ਼ਟ ਕਰਨਗੇ ਕਿ ਉਹਨਾਂ ਦੇ ਉੱਥੇ ਖੜਨਾ ਕਿਉਂ ਚੁਣਿਆ ਹੈ। ਉਹਨਾਂ ਦੇ ਜਵਾਬਾਂ ਨੂੰ ਬਲੈਕ ਬੋਰਡ 'ਤੇ ਲਿਖਿਆ ਜਾ ਸਕਦਾ ਹੈ। ਤੀਸਰੀ ਕਿਰਿਆ, ਵਿਦਿਆਰਥੀ ਅਧਿਆਪਕ ਦੀ ਅਗਵਾਈ ਅਨੁਸਾਰ ਆਪਣੇ ਆਲੇ ਦੁਆਲੇ ਕਿਸੇ ਇੱਕ ਇਮਾਨਦਾਰ ਇਨਸਾਨ ਬਾਰੇ ਸੋਚਣਗੇ। ਇਹ ਇੱਕ ਰਚਨਾਤਮਕ ਕਿਰਿਆ ਹੋਵੇਗੀ ਜਿਸ ਵਿੱਚ ਸਾਰੇ ਵਿਦਿਆਰਥੀ ਸ਼ਾਮਿਲ ਹੋਣਗੇ। ਵਿਦਿਆਰਥੀਆਂ ਨੂੰ ਉਸ ਇਨਸਾਨ ਬਾਰੇ ਸੋਚਣ ਲਈ ਕੁਝ ਸਮਾਂ ਦਿੱਤਾ ਜਾਵੇਗਾ। ਇਸ ਤਰੀਕੇ ਨਾਲ ਵਿਦਿਆਰਥੀਆਂ ਨੂੰ ਕਲਾਤਮਕ ਅਤੇ ਸਿਰਜਣਾਤਮਕ ਅਭਿਆਸ ਵਿੱਚ ਸ਼ਾਮਿਲ ਹੋ ਕੇ ਇਮਾਨਦਾਰੀ ਬਾਰੇ ਸੋਚਣ ਦਾ ਇੱਕ ਮੌਕਾ ਮਿਲੇਗਾ। ਫਿਰ ਵਿਦਿਆਰਥੀ ਉਸ ਵਿਅਕਤੀ ਜਾਂ ਉਸ ਦੀਆਂ ਗਤੀਵਿਧੀਆਂ ਦਾ ਸਦਕੇ ਪੋਸਟਰ ਜਾਂ ਕੋਲਾਜ ਬਣਾਵੇਗਾ। ਜੇ ਵਿਦਿਆਰਥੀਆਂ ਦੇ ਵਿਚਾਰਾਂ ਦਾ ਸਮਰਥਨ ਕਰਦਾ ਹੋਵੇ ਤਸਵੀਰਾਂ ਵਿਦਿਆਰਥੀਆਂ ਦੀ ਤਰ੍ਹਾਂ ਵੀ ਵਿਲੱਖਣ ਹੋਣਗੀਆਂ। ਅਧਿਆਪਕ ਜੀ ਸਾਰੀ ਜਮਾਤ ਦੇ ਸਾਹਮਣੇ ਹਰ ਵਿਦਿਆਰਥੀ ਵੱਲੋਂ ਬਣਾਈ ਗਈ ਤਸਵੀਰ ਦੀ ਵਿਆਖਿਆ ਇਹ ਸਪਸ਼ਟ ਕਰਨਗੇ ਕਿ ਇਮਾਨਦਾਰੀ ਨੂੰ ਸਾਰਥਕ ਗੁਣ ਵਜੋਂ ਵਿਦਿਆਰਥੀ ਨੇ ਸਿਰਜਣਾਤਮਕ ਢੰਗ ਨਾਲ ਕਿਵੇਂ ਪੇਸ਼ ਕੀਤਾ ਹੈ। ਚੌਥੀ ਕਿਰਿਆ, ਕੇਸ ਸਟੱਡੀ ਵਿਧੀ। ਵਿਦਿਆਰਥੀ ਆਪਣੇ ਅਧਿਆਪਕ ਜੀ ਦੀ ਅਗਵਾਈ ਵਿੱਚ ਹੇਠ ਦਿੱਤੀ ਸਥਿਤੀ ਮੁਤਾਬਕ ਆਪਣੇ ਵਿਚਾਰ ਰੱਖਦੇ ਹੋਏ ਪ੍ਰਸ਼ਨਾਂ ਦੇ ਉੱਤਰ ਦੇਣਗੇ। ਗਰਮੀਆਂ ਦੀਆਂ ਛੁੱਟੀਆਂ ਦੌਰਾਨ ਵਿਦਿਆਰਥੀ ਨੇ ਹਰ ਰੋਜ਼ ਮੁੱਖ ਖਬਰਾਂ ਇੱਕ ਨੋਟਬੁੱਕ ਵਿੱਚ ਲਿਖਣ ਲਈ ਇੱਕ ਅਖਬਾਰ ਪੜ੍ਹਿਆ। ਠੀਕ ਹੈ ਜੀ। ਰਾਹੁਲ ਰੋਜ਼ ਅੰਗਰੇਜ਼ੀ ਅਖਬਾਰ ਦਾ ਟ੍ਰਿਬਿਊਨ ਦੇਖਦਾ ਸੀ ਅਤੇ ਅਖਬਾਰਾਂ ਨੋਟ ਕਰਦਾ ਸੀ। ਸੀਮਾ ਨੇ ਹਰ ਰੋਜ਼ ਪੰਜਾਬੀ ਅਖਬਾਰ ਪੜ੍ਹਦੇ ਆਪਣੇ ਦਾਦਾ ਜੀ ਤੋਂ ਅਖਬਾਰਾਂ ਪੁੱਛ ਕੇ ਇਹ ਕਿਰਿਆ ਪੂਰੀ ਕੀਤੀ ਅਤੇ ਕਿਰਨ ਨੇ ਅਧਿਆਪਕ ਜੀ ਵੱਲੋਂ ਦਿੱਤਾ ਕੰਮ ਜਮ੍ਹਾਂ ਕਰਵਾਉਣ ਲਈ ਇਸ ਕੰਮ ਦੀ ਨਕਲ ਸੀਮਾ ਦੀ ਨੋਟਬੁੱਕ ਤੋਂ ਕਰ ਲਈ। ਸੋ ਬੱਚੋ, ਕੁਛ ਬੱਚੇ ਇੱਦਾਂ ਦੇ ਹੁੰਦੇ ਆ ਕਿ ਜਿਹੜਾ ਆਪਣਾ ਕੰਮ ਆਪ ਨਹੀਂ ਕਰਦੇ ਹੈਗੇ, ਠੀਕ ਹੈ, ਅਤੇ ਦੂਜਿਆਂ ਦੀਆਂ ਕਾਪੀਆਂ ਤੋਂ ਚੀਟਿੰਗ ਕਰਕੇ ਉਹ ਕੰਮ ਪੂਰਾ ਕਰਦੇ ਅਤੇ ਟੀਚਰ ਨੂੰ ਚੈੱਕ ਕਰਾ ਦਿੰਦੇ ਨੇ। ਅਤੇ ਤੁਸੀਂ ਇੱਦਾਂ ਨਹੀਂ ਕਰਨਾ ਹੈਗਾ। ਤੁਸੀਂ ਜਿਹੜੇ ਆਪ ਕੁਐਸਚਨਾਂ ਨੂੰ ਸੋਚ ਸਮਝ ਕੇ ਉਹਨਾਂ ਪ੍ਰਸ਼ਨਾਂ ਦਾ ਉੱਤਰ ਦੇਣਾ ਹੈ ਅਤੇ ਕਾਪੀ 'ਤੇ ਲਿਖਣਾ ਹੈ। ਹੁਣ ਮੇਰੇ ਕੋਲ ਵਰਕਸ਼ੀਟ ਹੈ। ਘਰ ਦਾ ਕੰਮ ਕੀ ਹੈ? ਠੀਕ ਹੈ ਜੀ। ਘਰ ਦਾ ਕੰਮ ਕੀ ਹੈ? ਹਰ ਰੋਜ਼ ਅਖਬਾਰ ਤੋਂ 10 ਮੁੱਖ ਖਬਰਾਂ ਇੱਕ ਨੋਟਬੁੱਕ ਵਿੱਚ ਲਿਖਣਾ। ਠੀਕ ਹੈ ਜੀ। ਸੈਕਿੰਡ ਕੁਐਸਚਨ, ਘਰ ਦਾ ਕੰਮ ਕਿਸ ਨੇ ਪੂਰਾ ਕੀਤਾ? ਘਰ ਦਾ ਕੰਮ ਰਾਹੁਲ, ਸੀਮਾ, ਕਿਰਨ ਨੇ ਪੂਰਾ ਕੀਤਾ।
ठीक है जी। घर दा नैक्सट क्वेश्चन है क्वेश्चन नंबर 3। घर दा काम मुकम्मल करन लई की तरीके वरते गए। फर्स्ट नंबर मेहनत दा, 3 तरीके सी मेहनत दा, ब्रैकेट शुरू अखबारां तो खबरां नोट करना, अखबारां तो खबरां नोट करना, ठीक है जी। नंबर 2 पॉइंट काम तो किसी दी मदद लेना, काम तो किसी दी मदद लेना, ठीक है जी। नंबर 3 पॉइंट बेईमानी दा, ब्रैकेट शुरू किसी दी नकल मार लैनी, यानी बेईमानी की हुंदी है किसी दी नकल मार लैनी, मतलब जिस काम च तुसी थानू पता है कि तुसी वो काम गलत करते पे हो, ठीक है जी। अगे हैगा क्वेश्चन नंबर 4 तुहानू किहड़ा तरीका सही लगदा है ते क्यों। सानू मेहनत दा तरीका, मेहनत दा तरीका सही लगदा है, क्यों, क्योंकि इस नाल जानकारी सदीबी है, सदीबी हो जाती है, जानकारी सदीबी हो जाती है ते खुशी मिलती है, ठीक है जी। क्वेश्चन 5 उपरोक्त जही स्थिति विच तुसी अपना काम किमें पूरा करोगे। मेहनत नाल काम पूरा करांगा जा करांगी, ठीक है जी। तुहाडी सोच अनुसार काम करन वाले 3 विद्यार्थियों का ईमानदारी पद्धर की सी। हाँ जी, राहुल दा ईमानदारी पद्धर उच्चा सी, कितना जी 100%, ठीक है जी। सीमा दा ईमानदारी पद्धर 90% ते किरण दा ईमानदारी पद्धर नीवें स्थान ते सी, नीवें स्थान ते सी, कितना सी 0%।
ਪੰਜਵੀਂ क्रिया ਸਹੀ ਅਤੇ ਗਲਤ ਵਾਚਨ ਦੀ ਵਿਧੀ। ਵਿਦਿਆਰਥੀ ਹੇਠ ਲਿਖੇ ਕਥਨ ਪੜ੍ਹ ਕੇ ਇਮਾਨਦਾਰੀ ਦੀ ਪਰਖ ਕਰਦੇ ਹੋਏ ਸਹੀ ਜਾਂ ਗਲਤ ਲਿਖਣਗੇ। ਠੀਕ ਹੈ ਜੀ। ਠੇਕੇ ਤੋਂ ਦਿੱਤੇ ਕੰਮ ਵਿੱਚ ਮਿਸਤਰੀ ਬਿਨਾਂ ਦੱਸੇ ਸੀਮੈਂਟ ਦੀ ਬੋਰੀ ਲੈ ਗਿਆ। ਗਲਤ। ਚੰਦਾ ਨੇ ਨੋਟਸ ਲਿਖਣ ਲਈ ਸਰਵਨ ਤੋਂ ਪੈਨਸਿਲ ਮੰਗੀ, ਪਰ ਪਸੰਦ ਆਉਣ ਕਰਕੇ ਆਪਣੇ ਕੋਲ ਰੱਖ ਲਈ ਅਤੇ ਚੰਦਾ ਨੂੰ ਇੱਕ ਹੋਰ ਪੈਨਸਿਲ ਖਰੀਦ ਕੇ ਦੇ ਦਿੱਤੀ। ਸਹੀ। ਮੈਂ ਮੰਨਦਾ ਹਾਂ ਕਿ ਪਹਿਲਾ ਸਥਾਨ ਪ੍ਰਾਪਤ ਕਰਨ ਲਈ ਅਣਉਚਿਤ ਸਾਧਨ ਵਰਤੇ, ਪਰ ਇਹ ਜ਼ਰੂਰੀ ਸੀ। ਗਲਤ। ਖੇਡਾਂ ਵਿੱਚ ਮੇਰਾ ਪ੍ਰਦਰਸ਼ਨ ਵਧੀਆ ਸੀ, ਪਰ ਨਤੀਜਾ ਵਧੀਆ ਨਹੀਂ ਸੀ। ਸਹੀ। ਪਾਹੁਲ ਪ੍ਰਤਾਪ ਸਿੰਘ ਨੇ ਕਿਸੇ ਨੂੰ ਬਿਨਾਂ ਦੱਸੇ ਟੁੱਟੇ ਕੱਪ ਦੀ ਡੰਡੀ ਫੈਬੀਕਵਿਕ ਨਾਲ ਜੋੜ ਕੇ ਰੱਖ ਦਿੱਤੀ। ਗਲਤ। ਠੀਕ ਹੈ ਜੀ। ਨੈਕਸਟ ਹੈਗਾ ਸਤਿਕਾਰ। ਵਿਦਿਆਰਥੀਆਂ ਵਿੱਚ ਦੂਜਿਆਂ ਦੇ ਸਤਿਕਾਰ ਦੀ ਭਾਵਨਾ ਪੈਦਾ ਕਰਨਾ। ਇਸ ਦੇ ਉਦੇਸ਼ ਹੈਗਾ 1 ਨੰਬਰ 2 ਉਦੇਸ਼ ਸਤਿਕਾਰ ਦਾ ਮਹੱਤਵ ਸਮਝਦਿਆਂ ਸਵੈ ਸਤਿਕਾਰ ਵਿੱਚ ਵਾਧਾ ਕਰਨਾ। ਨੰਬਰ 3 ਹੈ ਆਪਸੀ ਸਤਿਕਾਰ ਜ਼ਰੀਏ ਸਾਂਝ ਅਤੇ ਮੇਲ ਜੋਲ ਵਧਾਉਣਾ। ਕਿਸੇ ਵੀ ਦੂਜੇ ਮਨੁੱਖ ਨੂੰ ਵੇਖਦਿਆਂ ਹੀ ਮਨੁੱਖ ਦੇ ਅੰਦਰ ਪੈਦਾ ਹੋਈ ਸਨਮਾਨ ਦੀ ਭਾਵਨਾ ਨੂੰ ਸਤਿਕਾਰ ਕਿਹਾ ਜਾਂਦਾ ਹੈ। ਠੀਕ ਹੈ ਜੀ। ਅਸੀਂ ਜਦੋਂ ਆਪਣੇ ਤੋਂ ਵੱਡੇ ਛੋਟੇ ਜਾਂ ਹਰ ਉਮਰ ਲਈ ਆਦਰ ਭਾਵ ਪ੍ਰਗਟ ਕਰਦੇ ਹਾਂ ਤਾਂ ਉਸ ਨੂੰ ਸਤਿਕਾਰ ਦੇ ਨਾਲ ਨਾਲ ਅਸੀਂ ਸਵੈ ਸਤਿਕਾਰ ਦਾ ਉਦਾਹਰਣ ਵੀ ਪੇਸ਼ ਕਰ ਰਹੇ ਹੁੰਦੇ ਹਾਂ। ਸਤਿਕਾਰ ਦੀ ਭਾਵਨਾ ਜ਼ਬਰਦਸਤੀ ਨਾਲ ਪੈਦਾ ਨਹੀਂ ਕੀਤੀ ਜਾ ਸਕਦੀ। ਕਿਸੇ ਨੂੰ ਵੀ ਸੰਬੋਧਨ ਕਰਨ ਵੇਲੇ ਜੋ ਸ਼ਬਦ ਅਸੀਂ ਚੁਣਦੇ ਹਾਂ ਉਸ ਨੂੰ ਉਹਨਾਂ ਦੀ ਪ੍ਰਤੀਕਿਰਿਆ ਵਜੋਂ ਸਾਡੇ ਤੱਕ ਪੁੱਜਦੀਆਂ ਭਾਵਨਾਵਾਂ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਸਾਡਾ ਸਾਡੇ ਆਦਰ ਭਾਵ ਤੋਂ ਦੂਸਰੇ ਵਿਅਕਤੀ ਨੇ ਕਿਸ ਤਰਜ਼ ਉੱਤੇ ਸਮਝਿਆ ਹੈ। ਠੀਕ ਹੈ ਜੀ। ਪਹਿਲੀ ਕਿਰਿਆ ਹੈ 5 ਵਿਦਿਆਰਥੀਆਂ ਦਾ ਇੱਕ ਸਮੂਹ ਅਧਿਆਪਕ ਦੀ ਅਗਵਾਈ ਹੇਠ ਆਪਣੀ ਜਮਾਤ ਵਿੱਚ ਬਲੈਕਬੋਰਡ ਕੋਲ ਆਵੇਗਾ। ਹਰ ਵਿਦਿਆਰਥੀ ਨੂੰ ਕਿਸੇ ਵੀ ਦੂਸਰੇ ਮਨੁੱਖ ਲਈ ਸਤਿਕਾਰ ਵਜੋਂ ਇੱਕ ਵਾਕ ਬੋਲਣ ਲਈ ਕਿਹਾ ਜਾਵੇਗਾ। ਬਾਕੀ ਵਿਦਿਆਰਥੀ ਲੋੜ ਅਨੁਸਾਰ ਹਰ ਸੰਬੰਧਿਤ ਵਾਕ ਦਾ ਜਵਾਬ ਦੇਣਗੇ। ਅਧਿਆਪਕ ਜੀ ਇਸ ਸਾਰੀ ਪ੍ਰਕਿਰਿਆ ਨੂੰ ਬਾਚਦੇ ਹੋਏ ਆਪ ਬੋਲ ਕੇ ਦੱਸਣਗੇ ਕਿ ਕਿਹੜਾ ਵਾਕ ਕਿਸ ਠਰੰਮੇ ਅਤੇ ਮਿਠਾਸ ਨਾਲ, ਕਿੰਨੀ ਕੁ ਸਹਿਜ ਨਾਲ ਅਤੇ ਚਿਹਰੇ ਦੇ ਕਿਹੜੇ ਭਾਵਾਂ ਨਾਲ ਬੋਲਿਆ ਜਾਣਾ ਹੈ। ਪਹਿਲਾ ਵਿਦਿਆਰਥੀ ਸਤਿ ਸ਼੍ਰੀ ਅਕਾਲ ਮੇਰੇ ਸਾਥੀਓ। ਜਮਾਤ ਸਤਿ ਸ਼੍ਰੀ ਅਕਾਲ। दूसरा विद्यार्थी नमस्ते साथियों। नमस्ते साथियों। जमात नमस्ते। तीसरा विद्यार्थी गुड मॉर्निंग सर एंड स्टूडेंट्स। जमात वेरी गुड मॉर्निंग। अध्यापक जी मुस्कुराते हैं। चौथा विद्यार्थी की हाल है तुहाडा सब दा। जमात बहुत वधिया जी, तुसी अपना सुनाओ। पंजवां विद्यार्थी आप सब दा भला होवे। जमात आप दा भी भला होवे। ਇਸ ਕਿਰਿਆ ਦੀ ਦੁਹਰਾਈ 5 ਹੋਰ ਵਿਦਿਆਰਥੀ ਨਾਲ ਵੀ ਕੀਤੀ ਜਾਵੇਗੀ, ਪਰ ਦੂਸਰੀ ਕਿਰਿਆ ਵਿੱਚ ਵਿਦਿਆਰਥੀ ਉਪਰੋਕਤ ਸੰਬੋਧਨ ਹੀ ਚਿਹਰੇ ਉੱਤੇ ਖਿੱਚ ਕੇ ਭਾਵ ਲਿਆ ਕੇ ਉੱਚੀ ਅਤੇ ਤੇਜ਼ ਸੰਬੋਧਨੀ ਲਹਿਜ਼ੇ ਵਿੱਚ ਬੋਲਣਗੇ। ਠੀਕ ਹੈ ਜੀ। ਜਵਾਬ ਦੇਣ ਤੇ ਲਹਿਜ਼ੇ ਵਿੱਚ ਤਬਦੀਲੀ ਨਜ਼ਰ ਆਵੇਗੀ, ਜਿਸ ਬਾਰੇ ਅਧਿਆਪਕ ਜੀ ਵਿਦਿਆਰਥੀਆਂ ਨਾਲ ਚਰਚਾ ਕਰਨਗੇ। ਮੋਟੇ ਤੌਰ ਤੇ ਦੂਸਰੇ ਸਮੂਹ ਨੂੰ ਮਿਲੇ ਵੱਖਰੇ ਜਵਾਬ ਤੇ ਸਪਸ਼ਟ ਹੋਵੇਗਾ ਕਿ ਸਤਿਕਾਰ ਕਰਨ ਨਾਲ ਹੀ ਸਤਿਕਾਰ ਮਿਲਦਾ ਹੈ। ਦੂਸਰੀ ਕਿਰਿਆ। ਇਸ ਕਿਰਿਆ ਵਿੱਚ ਉਹ 5 ਵਿਦਿਆਰਥੀ ਅਧਿਆਪਕ ਜੀ ਦੇ ਨਿਰਦੇਸ਼ ਤੇ ਜਮਾਤ ਦੇ ਅਗਲੇ ਪਾਸੇ ਆਉਣਗੇ ਜੋ ਸਧਾਰਨ ਅਭਿਨੇ ਵਿੱਚ ਰੁਚੀ ਰੱਖਦੇ ਹੋਣ। ਅਧਿਆਪਕ ਜੀ ਨਿਰਦੇਸ਼ ਅਨੁਸਾਰ ਉਹ ਇਵੇਂ 5 ਚਿਹਰੇ ਬਣਾਉਣਗੇ। ਪਹਿਲਾ ਵਿਦਿਆਰਥੀ ਮੁਸਕਰਾਉਂਦਾ ਹੋਇਆ ਖੁਸ਼ ਚਿਹਰਾ ਬਣਾਵੇਗਾ।
ਦੂਜਾ ਵਿਦਿਆਰਥੀ ਹੋਣਹਾਰ ਜਿਹਾ ਚਿਹਰਾ ਬਣਾਵੇਗਾ। ਤੀਜਾ ਵਿਦਿਆਰਥੀ ਬਹੁਤ ਗੁੱਸੇ ਵਿੱਚ ਤੈਸ਼ ਵਾਲੇ ਚਿਹਰੇ ਨਾਲ ਜਮਾਤ ਵੱਲ ਵੇਖੇਗਾ। ਚੌਥਾ ਵਿਦਿਆਰਥੀ ਉਦਾਸ ਚਿਹਰਾ ਬਣਾ ਕੇ ਖੜੇਗਾ। ਪੰਜਵਾਂ ਵਿਦਿਆਰਥੀ ਸ਼ਰਮਾਉਂਦਾ ਹੋਇਆ ਕਿਸੇ ਨਾਲ ਹੱਥ ਨਾ ਮਿਲਾ ਕੇ ਨੀਵੀਂ ਪਾ ਲਵੇਗਾ। ਠੀਕ ਹੈ ਜੀ। ਹੁਣ ਸਾਡੇ ਕੋਲ ਵਰਕਸ਼ੀਟ ਦਿੱਤੀ ਹੈ। ਤੁਸੀਂ ਇਸ ਕਹਾਣੀ ਨੂੰ ਦੇਖ ਕੇ ਜੋ ਤੁਹਾਨੂੰ ਸਤਿਕਾਰ ਦੇ ਬਾਰੇ ਵਿੱਚ ਹੁਣੇ ਮੈਂ ਤੁਹਾਨੂੰ ਦੱਸਿਆ ਹੈ, ਤੁਸੀਂ ਉਹਨਾਂ ਕੁਐਸਚਨਾਂ ਨੂੰ ਇੱਥੇ ਵਰਕਸ਼ੀਟ 'ਤੇ ਕਰਨਾ ਹੈ। ਪਹਿਲਾ ਕੁਐਸਚਨ ਕੀ ਹੈਗਾ? ਵਿਦਿਆਰਥੀਆਂ ਦੇ ਮਨ ਵਿੱਚ ਕਿੰਨਾ ਵਿਅਕਤੀਆਂ ਲਈ ਵਧੇਰੇ ਸਤਿਕਾਰ ਹੈ ਅਤੇ ਕਿਉਂ? ਠੀਕ ਹੈ ਜੀ। ਕਿਹੜੇ ਵਿਅਕਤੀਆਂ ਲਈ ਸਤਿਕਾਰ ਹੁੰਦਾ ਹੈ? ਕਿ ਜਿਨ੍ਹਾਂ ਨੂੰ ਅਸੀਂ ਸਤਿਕਾਰ ਕਰਦੇ ਹਾਂ ਉਹੀ ਸਾਨੂੰ ਸਤਿਕਾਰ ਦਿੰਦੇ ਹਨ। ਤੋਂ ਆਨਸਰ ਇਹਦਾ ਕੀ ਹੈਗਾ? ਜਿਹੜੇ ਵਿਦਿਆਰਥੀ ਦੂਜਿਆਂ ਦਾ ਸਤਿਕਾਰ ਨਾਲ ਗੱਲ ਕਰਦੇ ਹਨ ਤੇ ਚਿਹਰੇ 'ਤੇ ਮੁਸਕਰਾਹਟ ਰੱਖਦੇ ਹਨ। ਠੀਕ ਹੈ ਜੀ। ਕਿਉਂਕਿ ਹਰ ਵਿਅਕਤੀ ਸਤਿਕਾਰ ਤੇ ਖੁਸ਼ੀ ਚਾਹੁੰਦਾ ਹੈ। ਠੀਕ ਹੈ ਜੀ। ਕਿ ਹਰ ਵਿਅਕਤੀ ਸਤਿਕਾਰ ਤੇ ਖੁਸ਼ੀ ਚਾਹੁੰਦਾ ਹੈ। ਕੁਐਸਚਨ ਸੈਕਿੰਡ, ਕਿਸੇ ਦੂਸਰੇ ਵਿਅਕਤੀ ਦਾ ਸਤਿਕਾਰ ਕਰਨ ਨਾਲ ਮਨੁੱਖ ਨੂੰ ਕੀ ਫਾਇਦਾ ਹੁੰਦਾ ਹੈ? ਉੱਤਰ, ਦੂਸਰੇ ਵਿਅਕਤੀ ਦਾ ਸਤਿਕਾਰ ਕਰਨ ਨਾਲ ਇਹ ਫਾਇਦਾ ਹੁੰਦਾ ਹੈ ਕਿ ਦੂਸਰਾ ਵਿਅਕਤੀ ਵੀ ਸਤਿਕਾਰ ਕਰਦਾ ਹੈ। ਕਹਿਣ ਦਾ ਮਤਲਬ ਹੈ ਕਿ ਜੇ ਤੁਸੀਂ ਕਿਸੇ ਦਾ ਸਤਿਕਾਰ ਕਰਦੇ ਹੋ ਤਾਂ ਹੀ ਤੁਹਾਨੂੰ ਸਤਿਕਾਰ ਮਿਲੇਗਾ ਅਤੇ ਦੇਖਣ ਵਾਲੇ ਹੋਰ ਵਿਅਕਤੀ ਵੀ ਸਾਡਾ ਸਤਿਕਾਰ ਕਰਦੇ ਹਨ। ਸਾਨੂੰ ਚੰਗਾ ਸਮਝਦੇ ਹਨ। ਠੀਕ ਹੈ ਜੀ। ਨੈਕਸਟ ਕੁਐਸਚਨ ਹੈ, ਤੁਹਾਨੂੰ ਸਤਿਕਾਰ ਪ੍ਰਾਪਤ ਕਰਨ ਲਈ ਆਪਣੇ ਵਿੱਚ ਕੀ ਕੀ ਤਬਦੀਲੀਆਂ ਲਿਆਉਣੀਆਂ ਪੈਣਗੀਆਂ? ਕੀ ਕੀ ਤਬਦੀਲੀਆਂ ਲਿਆਉਣੀਆਂ ਪੈਣਗੀਆਂ ਸਾਨੂੰ? ਕਿ ਸਾਨੂੰ ਆਪਣੇ ਆਪ ਨੂੰ ਚੇਂਜ ਕਰਨਾ ਪਵੇਗਾ। ਠੀਕ ਹੈ ਜੀ। ਅਤੇ ਇਹ ਕੁਐਸਚਨ ਤੁਸੀਂ ਖੁਦ ਕਰਨਾ ਹੈ। ਇਹ ਕੁਐਸਚਨ ਮੈਂ ਤੁਹਾਨੂੰ ਖੁਦ ਕਰਨ ਲਈ ਤੁਸੀਂ ਇਹ ਕੁਐਸਚਨ ਖੁਦ ਕਰਨਾ ਹੈ ਸਾਰਿਆਂ ਨੇ ਵਰਕਸ਼ੀਟ 'ਤੇ। ਇਹਦਾ ਉੱਤਰ ਮੈਂ ਨਹੀਂ ਦੇਣਾ ਹੈ। ਠੀਕ ਹੈ ਜੀ। ਅਗਲਾ ਕੁਐਸਚਨ ਹੈ, ਠੀਕ ਗਲਤ ਚੁਣੋ। ਦੂਜਿਆਂ ਨੂੰ ਮੈਂ ਸਿਰਫ ਤੁਹਾਨੂੰ ਹਿੰਟ ਦੇ ਦਿੰਦੀ ਹਾਂ ਕਿ ਜਦੋਂ ਸਵੈ ਸਤਿਕਾਰ ਪ੍ਰਾਪਤ ਕਰਨਾ, ਜਦੋਂ ਤੁਸੀਂ ਆਪਣੇ ਆਪ 'ਤੇ ਸਤਿਕਾਰ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਕੀ ਕੀ ਆਪਣੀਆਂ ਤਬਦੀਲੀਆਂ ਲਿਆਉਣ ਪਾਉਣੀਆਂ ਆਪਣੇ ਅੰਦਰ। ਠੀਕ ਹੈ ਜੀ। ਕੀ ਕੀ ਕਰਨਾ ਪੈਣਾ ਤੁਹਾਨੂੰ। ਸੋ ਇਹ ਕੁਐਸਚਨ ਤੁਸੀਂ ਖੁਦ ਪੂਰਾ ਕਰਨਾ ਹੈ। ਇਸ ਕੁਐਸਚਨ ਨੂੰ ਵਿਦਿਆਰਥੀ ਖੁਦ ਕਰਨਗੇ।
ਤੇ ਹੁਣ ਠੀਕ ਤੇ ਗਲਤ ਤੇ ਤੁਸੀਂ ਨਿਸ਼ਾਨ ਲਗਾਉਣਾ ਹੈ। ਦੂਜਿਆਂ ਨੂੰ ਸਤਿਕਾਰ ਹੀ ਤੁਹਾਨੂੰ ਸਤਿਕਾਰ ਦਿਖਾਉਂਦਾ ਹੈ ਦੂਜਿਆਂ ਨੂੰ ਸਤਿਕਾਰ ਹੀ ਤੁਹਾਨੂੰ ਸਤਿਕਾਰ ਦਿਵਾਉਂਦਾ ਹੈ। ਸਹੀ ਸਤਿਕਾਰ ਸਿਰਫ ਆਪਣੇ ਤੋਂ ਵੱਡਿਆਂ ਦਾ ਹੀ ਕੀਤਾ ਜਾ ਸਕਦਾ ਹੈ, ਛੋਟਿਆਂ ਜਾਂ ਹਮ ਉਮਰਾਂ ਦਾ ਨਹੀਂ। ਗਲਤ। ਠੀਕ ਹੈ, ਸਤਿਕਾਰ ਤਾਂ ਸਾਰਿਆਂ ਨੂੰ ਦੇਣਾ ਪੈਂਦਾ ਹੈ। ਠੀਕ ਹੈ ਜੀ, ਚਾਹੇ ਉਹ ਛੋਟਾ ਹੋਵੇ ਚਾਹੇ ਉਹ ਵੱਡਾ ਹੋਵੇ। ਅਜਿਹੇ ਵਿਅਕਤੀ ਵੀ ਹੁੰਦੇ ਹਨ ਜੋ ਲੋੜ ਸਿਰਫ ਦਿਖਾਵੇ ਦਾ ਸਤਿਕਾਰ ਕਰਦੇ ਹਨ। ਸਹੀ। ਠੀਕ ਹੈ ਜੀ, ਕੁਛ ਇੱਦਾਂ ਦੇ ਵੀ ਹੁੰਦੇ ਕਿ ਸਿਰਫ ਉਹ ਦਿਖਾਉਣ ਵਾਸਤੇ ਹੀ ਸਤਿਕਾਰ ਕਰਦੇ ਹਨ। ਕਿਸੇ ਦਾ ਸਤਿਕਾਰ ਕਰਕੇ ਸਾਨੂੰ ਆਤਮਿਕ ਖੁਸ਼ੀ ਮਿਲਦੀ ਹੈ। ਜੀ ਹਾਂ, ਬਿਲਕੁਲ ਸਹੀ ਹੈ ਕਿ ਸਾਨੂੰ ਕਿਸੇ ਦਾ ਸਤਿਕਾਰ ਕਰਨ ਤੋਂ ਆਤਮਿਕ ਖੁਸ਼ੀ ਜ਼ਰੂਰ ਮਿਲਦੀ ਹੈ। ਉਪਰੋਕਤ ਕਿਰਿਆਵਾਂ ਦਾ ਮਨੋਰਥ ਵਿਦਿਆਰਥੀ ਨੂੰ ਇਹ ਸਮਝਾਉਂਦਾ ਹੈ ਕਿ ਕਿਸੇ ਦੂਸਰੇ ਨੂੰ ਸਤਿਕਾਰ ਤੇ ਅਸੀਂ ਖੁਦ ਦੁੱਗਣਾ ਸਤਿਕਾਰ, ਖੁਸ਼ੀ ਅਤੇ ਖੇੜਾ ਪ੍ਰਾਪਤ ਕਰਦੇ ਹਾਂ। ਅਸੀਂ ਆਪਣੇ ਘਰ, ਪਰਿਵਾਰ, ਰਿਸ਼ਤੇਦਾਰੀਆਂ ਤੇ ਸਮਾਜ ਵਿੱਚ ਦੂਸਰਿਆਂ ਨੂੰ ਸਿਰਫ ਸਤਿਕਾਰ ਦੇ ਕੇ ਹੀ ਆਪਣੇ ਜੀਵਨ ਨੂੰ ਵਧੇਰੇ ਆਨੰਦਮਈ ਅਤੇ ਸਾਰਥਕ ਬਣਾ ਸਕਦੇ ਹਾਂ। ਠੀਕ ਹੈ ਜੀ, ਮੈਨੂੰ ਉਮੀਦ ਹੈ ਕਿ ਤੁਹਾਨੂੰ ਇਹ ਲੈਸਨ ਸਮਝ ਆ ਗਿਆ ਹੋਵੇਗਾ। ਧੰਨਵਾਦ ਜੀ।